अस्सलामुअलैका या साहिबुल असरी व ज़मान बफ़िज़ान मुर्शद अब्द हैदर। गुनाह माँ ਪਿਓ ਦਾ ਹੁੰਦਾ ਹੈ ਤੇ ਹਰਾਮੀ ਦਾ ਦਾਗ ਬੱਚੇ ਤੇ ਕਿਉਂ ਲੱਗਦਾ ਹੈ? ਜੀ ਜ਼ਨਾ ਤੇ ਮਰਦ ਔਰਤ ਕਰਦੇ ਨੇ, ਅਕਸਰ ਬੱਚੇ ਨੂੰ ਹਰਾਮੀ ਕਿਹਾ ਜਾਂਦਾ ਹੈ ਤੇ ਅਸਲ ਵਿੱਚ ਇਹ ਗੁਨਾਹ ਤੇ ਇੱਕ ਮਰਦ ਔਰਤ ਦਾ ਹੁੰਦਾ ਹੈ। ਹਰਾਮਕਾਰੀ ਨਾਲ ਪੈਦਾ ਹੋਣ ਵਾਲੇ ਬੱਚੇ ਨੂੰ ਹਰਾਮੀ ਕਹਿੰਦੇ ਨੇ ਲੋਕ। ਇਸ ਬੱਚੇ ਨੂੰ ਉਹ ਇੱਜ਼ਤ ਵਾਲਾ ਮਕਾਮ ਹੀ ਨਹੀਂ ਮਿਲਦਾ ਕਿਉਂਕਿ ਇਹ ਹਰਾਮੀ ਹੈ। ਤੇ ਅਕਸਰ ਲੋਕ ਇਹ ਵੀ ਕਹਿੰਦੇ ਨੇ ਕਿ ਇਹਦੇ 'ਚ ਬੱਚੇ ਦਾ ਕੀ ਕਸੂਰ ਹੈ, ਬੱਚੇ ਨੂੰ ਸਜ਼ਾ ਕਿਉਂ, ਇਹ ਤੇ ਕਸੂਰ ਮਾਂ ਪਿਓ ਦਾ ਹੈ। ਬੱਚੇ ਨੂੰ ਕਿਉਂ ਸਜ਼ਾ ਮਿਲਦੀ ਹੈ, ਗੁਨਾਹ ਮਾਂ ਪਿਓ ਕਰਦਾ ਹੈ, ਬੱਚੇ ਨੂੰ ਸਜ਼ਾ ਕਿਉਂ ਮਿਲਦੀ ਹੈ, ਬੱਚੇ ਨੂੰ ਸਜ਼ਾ ਕਿਉਂ ਮਿਲਦੀ ਹੈ? ਤੇ ਬਚਪਨ ਤੋਂ ਅਸੀਂ ਇਹੀ ਸੁਣਦੇ ਆਏ ਹਾਂ। ਚਲੋ ਫਿਰ ਫਰਮਾਨੇ ਮਾਸੂਮ ਸੱਲੱਲਾਹੁ ਅਲੈਹਿ ਵਸੱਲਮ ਇਹਦੇ ਬਾਰੇ ਕੀ ਹੈ? ਫਰਮਾਇਆ ਸਾਡਾ ਦੁਸ਼ਮਣ ਹਰਾਮਜ਼ਾਦਾ ਹੁੰਦਾ ਹੈ, ਸਾਡਾ ਦੁਸ਼ਮਣ ਹਰਾਮਜ਼ਾਦਾ ਹੁੰਦਾ ਜੀ। ਅੱਗੇ ਮਾਸੂਮ ਫਰਮਾਉਂਦੇ ਨੇ ਕਿ ਜਦੋਂ ਆਲਮੇ ਰਵਾਦ ਵਿੱਚ ਮੌਲਾ ਅਲੀ ਦੀ ਵਲਾਇਤ ਨੂੰ ਤਸਲੀਮ ਕਰਨ ਦਾ ਕਿਹਾ ਗਿਆ ਨਾ, ਤੇ ਜਿਨ੍ਹਾਂ ਰੂਹਾਂ ਨੇ ਤਸਲੀਮ ਕੀਤਾ ਇਹਨਾਂ ਨੂੰ ਹਲਾਲੀ ਜਿਸਮਾਂ ਦੇ ਵਿੱਚ ਰੱਖਿਆ ਜਾਂਦਾ ਹੈ ਅੱਜ ਵੀ, ਤੇ ਜਿਨ੍ਹਾਂ ਰੂਹਾਂ ਨੇ ਵਿਲਾਇਤ ਅਲੀ ਤੋਂ ਇਨਕਾਰ ਕੀਤਾ ਇਹਨਾਂ ਨੂੰ ਹਰਾਮੀ ਜਿਸਮਾਂ 'ਚ ਰੱਖਿਆ ਜਾਂਦਾ ਹੈ। ਗੱਲ ਸਮਝ ਆਈ ਜੇ? ਇਹ ਰੂਹਾਂ ਅਜ਼ਲ ਤੋਂ ਹੀ ਹਰਾਮੀ ਸਨ, ਅਜ਼ਲ ਤੋਂ ਹੀ ਹਰਾਮੀ ਸਨ। ਇਹ ਉਮਤਰੀਆਂ ਨਖੱਤਰੀਆਂ ਜਿਹਨੂੰ ਕਹਿੰਦੇ ਨਾ, ਅਜ਼ਲਾਂ ਤੋਂ ਹੀ ਕੋੜੇ ਸੀ। ਇਹ ਉਹ ਰੂਹਾਂ ਸੀ ਕਿ ਜਿਨ੍ਹਾਂ ਨੂੰ ਬਦਨ ਵੀ ਉਹਨਾਂ ਵਿੱਚ ਹੀ ਰੱਖਿਆ ਗਿਆ ਜਿਹੜੇ ਅੱਗੋਂ ਹਰਾਮੀ ਸੀ, ਹਲਾਲੀ ਬਦਨਾਂ 'ਚ ਨਹੀਂ ਰੱਖਿਆ ਗਿਆ। ਯਾਰ ਵੇਖਿਆ, ਮਾਲਕ ਦਾ ਅੱਲਾ ਦਾ ਕੋਈ ਵੀ ਨਿਜ਼ਾਮ ਐਵੇਂ ਨਹੀਂ ਹੈਗਾ ਕਿ ਉਹ ਵੇਖੋ ਨਾ, ਇਹ ਤੁਹਾਨੂੰ ਤੁਸੀਂ ਐਡੇ ਫਿਲਾਸਫਰ ਬਣ ਗਏ ਕਿ ਜੀ ਇਹਦੇ 'ਚ ਬੱਚੇ ਦਾ ਕੀ ਕਸੂਰ, ਤੇ ਅੱਲਾ ਨੂੰ ਨਾ ਪਤਾ ਲੱਗਾ ਕਿ ਇਸ ਦੇ ਵਿੱਚ ਬੱਚੇ ਦਾ ਕੀ ਕਸੂਰ ਹੈ। ਪਤਾ ਲੱਗਾ ਉਹਨੂੰ ਵੀ, ਉਹ ਰੂਹਾਂ ਹੈ ਹੀ ਹਰਾਮੀ ਸੀ, ਇਸ ਲਈ ਉਹਨੂੰ ਉਹਨਾਂ ਜਿਸਮਾਂ ਦੇ ਵਿੱਚ ਹੀ ਰੱਖਿਆ ਗਿਆ, ਉਹਨਾਂ ਹਰਾਮੀ ਜਿਸਮਾਂ 'ਚ ਰੱਖਿਆ ਗਿਆ। ਤੇ ਜਿਨ੍ਹਾਂ ਰੂਹਾਂ ਨੇ ਵਲਾਇਤ ਅਲੀ ਨੂੰ ਤਸਲੀਮ ਕੀਤਾ, ਠੀਕ ਹੈ, ਉਹਨਾਂ ਨੂੰ ਹਲਾਲੀ ਬਦਨਾਂ ਦੇ ਵਿੱਚ ਰੱਖਿਆ ਗਿਆ। ਠੀਕ ਹੈ, ਇਹ ਫਰਮਾਨ ਹੈ ਮਾਸੂਮ ਸੱਲੱਲਾਹੁ ਅਲੈਹਿ ਵਸੱਲਮ ਦਾ। ਫਰਮਾਇਆ ਸਾਡਾ ਦੁਸ਼ਮਣ ਹਰਾਮੀ ਹੁੰਦਾ, ਹਰਾਮਜ਼ਾਦਾ ਹੁੰਦਾ। ਇੱਕ ਇਸੇ ਤਰ੍ਹਾਂ ਹੀ ਇੱਕ ਵਾਕਿਆ ਸੀ। ਇੱਕ ਬੰਦਾ ਕਿਤੇ ਸਫ਼ਰ ਤੇ ਗਿਆ ਤੇ ਸ਼ਾਦੀ ਹੋਈ, ਤੇ ਸ਼ਾਦੀ ਤੋਂ 2-4 ਦਿਨ ਬਾਅਦ ਚਲਾ ਗਿਆ, 2-4 ਦਿਨ 5-6 ਦਿਨ ਬਾਅਦ ਚਲਾ ਗਿਆ, ਤੇ ਵਾਪਸੀ ਆਇਆ ਤੇ ਬੱਚਾ ਸੀ। ਤੇ ਉਹ ਆ ਕੇ ਮੌਲਾ ਦੇ ਦਰਬਾਰ ਤੇ ਆਇਆ ਤੇ ਆ ਕੇ ਕਹਿਣ ਲੱਗਾ, ਸਰਕਾਰ ਮੈਨੂੰ ਤੇ ਬੱਚਾ ਹਰਾਮੀ ਲੱਗਦਾ ਤੇ ਮੈਨੂੰ ਤੇ ਬੱਚਾ ਮੇਰਾ ਨਹੀਂ ਲੱਗਦਾ। ਤੇ ਉਹ ਜਿਸ ਤਰ੍ਹਾਂ ਹੀ ਦਰਬਾਰ ਦੇ ਵਿੱਚ ਪਹੁੰਚਿਆ ਨਾ, ਤੇ ਉਹ ਬੱਚਾ ਜਿਹੜਾ ਨਾ ਆਪਣੇ ਬਾਪ ਦਾ ਪੱਲਾ ਛੁਡਾ ਕੇ ਤੇ ਮਾਸੂਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੋਦ ਵਿੱਚ ਚਲਾ ਗਿਆ, ਖੁਸ਼ੀ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਬੜੀ ਖੁਸ਼ੀ ਨਾਲ। ਤੇ ਮਾਸੂਮ ਫਰਮਾਉਂਦੇ, ਤੈਨੂੰ ਨਹੀਂ ਪਤਾ ਹਰਾਮੀ ਸਾਡੇ ਕੋਲ ਵੀ ਨਹੀਂ ਆਉਂਦਾ, ਹਰਾਮੀ ਸਾਡੇ ਕੋਲ ਆ ਹੀ ਨਹੀਂ ਸਕਦਾ। ਅਗਰ ਇਹ ਹਰਾਮੀ ਹੁੰਦਾ ਤੇ ਸਾਡੇ ਕੋਲ ਕਦੀ ਵੀ ਨਾ ਆਉਂਦਾ, ਅਗਰ ਇਹ ਬੱਚਾ ਹਰਾਮੀ ਹੁੰਦਾ ਤੇ ਸਾਡੇ ਕੋਲ ਕਦੀ ਵੀ ਨਾ ਆਉਂਦਾ। ਦੂਸਰਾ ਫਰਮਾਨ ਹੈ ਕਿ ਸਾਡਾ ਦੁਸ਼ਮਣ ਹਰਾਮਜ਼ਾਦਾ ਹੁੰਦਾ। ਪਤਾ ਲੱਗਾ ਜੀ, ਅਸਲ ਦੇ ਵਿੱਚ ਉਹ ਰੂਹਾਂ ਹੈ ਹੀ ਹਰਾਮੀ ਸਨ, ਇਹੋ ਹੀ ਉਹਨਾਂ ਦਾ ਕਸੂਰ ਸੀ। ਹੋਰ ਮਾਂ ਪਿਓ ਜਿਹੜਾ ਗੁਨਾਹ ਕਰਦੇ ਨੇ, ਜ਼ਨਾ ਕਰਦੇ ਨੇ ਨਾ, ਉਹ ਗੱਲ ਤੁਹਾਨੂੰ ਸਾਰੀ ਸਮਝ ਆ ਗਈ ਮੇਰੀ ਕਿ ਜਿੰਨਾ ਵਜ੍ਹਾ ਕੀ ਸੀ, ਉਹਨਾਂ ਵਿਲਾਇਤ ਅਲੀ ਦਾ ਇਨਕਾਰ ਕੀਤਾ, ਤੇ ਜਿਹੜੀ ਹਲਾਲੀ ਰੂਹਾਂ ਸੀ ਉਹਨਾਂ ਨੇ ਵਿਲਾਇਤ ਅਲੀ ਦਾ ਇਕਰਾਰ ਕੀਤਾ। ਇਸੇ ਤਰ੍ਹਾਂ ਇਸੇ ਤਰ੍ਹਾਂ ਅਸੀਂ ਕਹਿੰਦੇ ਕਿ ਯਾਰ ਜਿਹੜੇ ਜਾਨਵਰ ਨੇ ਇਹਨਾਂ ਦਾ ਕੀ ਕਸੂਰ, ਇਹਨਾਂ ਨਾਲ ਨਫ਼ਰਤ ਕੀਤੀ ਜਾਂਦੀ, ਇਹਨਾਂ ਨੂੰ ਮਾਰਿਆ ਜਾਂਦਾ ਜਾਂ ਇਹਨਾਂ ਨੂੰ ਹਰਾਮ ਸਮਝਿਆ ਜਾਂਦਾ, ਇਹਨਾਂ ਦਾ ਕੀ ਕਸੂਰ ਹੈ? ਸਭ ਅੱਲਾ ਦੀ ਮਖਲੂਕ ਹੈ, ਫਿਰ ਇਹਨਾਂ ਦਾ ਕਸੂਰ ਕੀ ਹੈ? ਹਾਂਜੀ, ਕਹਿੰਦੇ ਨੇ ਨਾ ਕਿ ਇਹ ਜਾਨਵਰ ਤੇ ਕਿਉਂ ਇਹਨਾਂ ਨੂੰ ਨਫ਼ਰਤ ਕਿਉਂ, ਮਤਲਬ ਯਾਰ ਇਹਨੂੰ ਤੇ ਅੱਲਾ ਦੀ ਮਖਲੂਕ ਹੈ। ਅਸਲ ਦੇ ਵਿੱਚ ਉਹ ਵੀ ਜਾਨਵਰ ਐਸੇ ਸਨ ਜਿਨ੍ਹਾਂ ਨੇ ਵਿਲਾਇਤ ਅਲੀ ਦਾ ਇਨਕਾਰ ਕੀਤਾ, ਜਿਨ੍ਹਾਂ ਨੇ ਗੱਲ ਮੰਨਣ ਤੋਂ ਇਨਕਾਰ ਕੀਤਾ। ਤੇ ਜਿਹੜੇ ਜਾਨਵਰ ਅੱਜ ਇੱਜ਼ਤਦਾਰ ਨੇ, ਹਲਾਲ ਨੇ, ਇਹ ਉਹ ਨੇ ਜਿਨ੍ਹਾਂ ਨੇ ਵਿਲਾਇਤ ਅਲੀ ਦਾ ਇਕਰਾਰ ਕੀਤਾ, ਅੱਲਾ ਪਾਕ ਦੀ ਗੱਲ ਮੰਨੀ। ਠੀਕ ਹੈ, ਹੁਣ ਮੈਂ ਦੂਸਰਿਆਂ ਵਾਸਤੇ ਬੰਦਿਆਂ ਤੋਂ ਵੀ ਇਹੋ ਹੀ ਆਪਸ਼ਨ ਦੇਣਾ। ਕੋਈ ਕਹਿ ਦੇਵੇ ਨਹੀਂ ਨਹੀਂ ਇਹ ਅਲੀ ਨਹੀਂ ਹੋ ਸਕਦਾ, ਯਾਰ ਇਹ ਫਰਮਾਨੇ ਮਾਸੂਮ ਸੱਲੱਲਾਹੁ ਅਲੈਹਿ ਵਸੱਲਮ ਹੈ। ਚਲੋ ਤੁਸੀਂ ਅੱਲਾ ਤੇ ਮੰਨਦੇ ਹੋ ਨਾ, ਜਿਨ੍ਹਾਂ ਅੱਲਾ ਦੀ ਗੱਲ ਨਹੀਂ ਮੰਨੀ ਉਹਨਾਂ ਨੂੰ ਹਰਾਮੀ ਰੂਹਾਂ ਦੇ ਵਿੱਚ ਰੱਖ ਦਿੱਤਾ, ਜਿਨ੍ਹਾਂ ਨੇ ਅੱਲਾ ਦੀ ਗੱਲ ਮੰਨ ਲਈ ਉਹਨਾਂ ਨੂੰ ਹਲਾਲੀ ਬਦਨਾਂ 'ਚ ਰੱਖਤਾ। ਇਸੇ ਤਰ੍ਹਾਂ ਜਾਨਵਰ ਵੀ ਮੈਂ ਦੂਸਰੇ ਬੰਦਿਆਂ ਨੂੰ ਕਹਿ ਰਿਹਾ ਜਿਨ੍ਹਾਂ ਨੂੰ ਅਲੀ ਹਜ਼ਮ ਨਹੀਂ ਹੁੰਦਾ। ਠੀਕ ਹੈ, ਦੇਖੋ ਇਹ ਫਰਮਾਨੇ ਮਾਸੂਮ ਸੱਲੱਲਾਹੁ ਅਲੈਹਿ ਵਸੱਲਮ ਹੈ। ਤੇ ਬਾਕੀ ਤੁਸੀਂ ਅੱਲਾ ਮੰਨ ਲਓ ਜਾਂ ਅਲੀ ਮੰਨ ਲਓ, ਜਿਵੇਂ ਤੁਹਾਡੀ ਮਰਜ਼ੀ ਹੋ ਗਈ। ਠੀਕ, ਇਸੇ ਤਰ੍ਹਾਂ ਜਿਹੜੇ ਜਾਨਵਰਾਂ ਦਾ ਤਲਕ ਵੀ ਇੰਝ ਹੈ ਜਿਵੇਂ ਇਹਨਾਂ ਰੂਹਾਂ ਦਾ ਤਲਕ ਸੀ, ਜਿਨ੍ਹਾਂ ਨੇ ਵਿਲਾਇਤ ਅਲੀ ਦਾ ਇਨਕਾਰ ਕੀਤਾ, ਹਰਾਮਜ਼ਾਦੀਆਂ ਕਰਾਰ ਪਾਈਆਂ, ਠੀਕ ਹੈ, ਜ਼ਲੀਲ ਕਰਾਰ ਪਾਈਆਂ। ਹਰਾਮੀ ਦਾ ਤਲਕ ਪਤਾ ਚੱਲਿਆ ਵਿਲਾਇਤ ਅਲੀ ਦੇ ਨਾਲ ਹੈ। ਹਰਾਮੀ ਦਾ ਤਲਕ ਵਿਲਾਇਤ ਅਲੀ ਦੇ ਇਨਕਾਰ ਦੇ ਨਾਲ ਹੈ, ਭਾਵੇਂ ਉਹ ਆਲਮੇ ਅਰਵਾਹ ਦੇ ਵਿੱਚ ਇਨਕਾਰ ਕੀਤਾ ਹੋਵੇ ਜਾਂ ਤਸ਼ਾਹੁਦ ਵਿੱਚ ਨਮਾਜ਼ ਦੇ ਵਿੱਚ ਅਲੀ ਵਲੀਉੱਲਾਹ ਦਾ ਇਨਕਾਰ ਕੀਤਾ ਹੋਵੇ, ਬਣਦਾ ਉਹ ਹਰਾਮੀ ਹੈ, ਬਣਦਾ ਉਹ ਹਰਾਮੀ ਹੈ। ਤੇ ਇਸੇ ਅਲੀ ਨੂੰ 2026 ਵਿੱਚ ਇਮਾਮ ਮਹਦੀ ਇਮਾਮੇ ਜ਼ਮਾਨਾ ਸੱਲੱਲਾਹੁ ਅਲੈਹਿ ਵਸੱਲਮ ਕਹਿੰਦੇ ਨੇ। ਤੇ ਇਹਦਾ ਤੁਸੀਂ ਕਿੰਨੀ ਕੁ ਗੱਲ ਮੰਨਦੇ ਪਏ ਹੋ ਤੇ ਕਿੰਨੀ ਕੁ ਇਹਦੀ ਹੁਕਮ ਮੰਨ ਰਹੇ ਪਏ ਹੋ, ਤੇ ਤੁਸੀਂ ਆਪ ਹੀ ਵੇਖ ਲੈਣਾ ਕਿ ਇਹ ਤੁਸੀਂ ਕੀ ਕਰਨ ਦੇ ਹੋ। ਹੁਣ ਇਹ ਨਾ ਕਹਿਣਾ ਯਾਰ ਅਸੀਂ ਤੇ ਬੱਚੇ ਵੇਖੇ ਨੇ, ਉਹ ਸਾਨੂੰ ਲੱਗਦਾ ਕਿ ਬਾਕੀ ਉਹ ਹਰਾਮਜ਼ਾਦੇ ਨੇ, ਲੇਕਿਨ ਮੌਲਾ ਨਾਲ ਬੜੀ ਮੁਹੱਬਤ ਕਰਦੇ ਨੇ। ਤੁਹਾਨੂੰ ਕੀ ਪਤਾ ਇਬਨ ਮੁਲਜ਼ਮ ਨੇ ਕਿੰਨਾ ਸਾਲ ਮੌਲਾ ਦੇ ਨਾਲ ਕੱਢੇ, ਪਰ ਫਿਰ ਵੀ ਮੌਲਾ ਦਾ ਦੁਸ਼ਮਣ ਨਿਕਲਿਆ। ਤੇ ਤੁਹਾਨੂੰ ਇਹ ਵੀ ਪਤਾ ਕਿ ਹੋਰ ਨੇ ਸਾਰੀ ਉਮਰ ਯਜ਼ੀਦ ਦੇ ਨਾਲ ਕੱਢੀ,
ਤੇ ਫਿਰ ਵੀ ਮੌਲਾ ਦਾ ਮੁਹਿਬ ਨਿਕਲਿਆ। ਇਹ ਤੇ ਜ਼ਿੰਦਗੀ ਦਾ ਆਖਰੀ ਮਰਹਲਾ ਦੱਸਦਾ ਹੈ, ਆਖਰੀ ਹਿਚਕੀ ਦੱਸਦੀ ਹੈ ਕਿ ਉਹ ਹਰਾਮੀ ਸੀ ਜਾਂ ਹਲਾਲੀ। ਸਾਰੀ ਉਮਰ ਨਾਲ ਰਹਿਣ ਨਾਲ ਪਤਾ ਨਹੀਂ ਲੱਗਦਾ ਕਿ ਕੌਣ ਕੀ ਹੈ। ਠੀਕ ਹੈ। ਤੇ ਬਾਕੀ ਫਰਮਾਨੇ ਇਹੋ ਹੀ ਤੇ ਗੱਲ ਹੈ। ਅੱਜ ਤੱਕ ਤੁਹਾਨੂੰ 5-5 ਹਜ਼ਾਰ ਸਾਲ ਪੁਰਾਣੀਆਂ ਕਿਤਾਬਾਂ ਤੇ ਮਿਲ ਜਾਣਗੀਆਂ, 1000 ਸਾਲ 1400 ਸਾਲ ਪੁਰਾਣੀਆਂ ਕਿਤਾਬਾਂ ਤੇ ਮਿਲਣਗੀਆਂ, ਪਰ ਅਹਿਲੇ ਬੈਤ ਦਾ ਦੀਨ ਹੀ ਨਹੀਂ ਮਿਲੇਗਾ। ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਹੀ ਤੁਹਾਨੂੰ ਨਹੀਂ ਮਿਲਣਗੀਆਂ। ਹਾਂ, ਦੂਸਰੀ ਗੱਲ, ਕੁਛ ਇਹੋ ਜਿਹੀਆਂ ਹੀ ਤੇ ਗੱਲਾਂ ਸੀ ਜਿਨ੍ਹਾਂ ਦੀ ਵਜ੍ਹਾ ਤੋਂ ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਇਹੋ ਜਿਹੀਆਂ ਹੀ ਤੇ ਗੱਲਾਂ ਸੀ ਜਿਨ੍ਹਾਂ ਦੀ ਵਜ੍ਹਾ ਤੋਂ ਇਹਨਾਂ ਦੀਆਂ ਯੂਨੀਵਰਸਿਟੀਆਂ ਜਲਾ ਦਿੱਤੀਆਂ ਜਾਂਦੀਆਂ ਸੀ। ਗੱਲ ਸਮਝਿਓ। ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਇਲਮ ਹੀ ਤੇ ਵਾਰੇ ਵਿੱਚ ਨਹੀਂ ਸੀ, ਜਿਹਨੇ ਦੀ ਵਜ੍ਹਾ ਤੋਂ ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਬਾਕੀ ਮੈਂ ਗੱਲ ਕਰਨੀ ਸੀ ਕਰ ਦਿੱਤੀ, ਕੋਈ ਮੰਨੇ ਨਾ ਮੰਨੇ ਇਹ ਉਹਦੀ ਮਰਜ਼ੀ। ਠੀਕ ਹੈ। ਬਾਕੀ ਹਰਾਮੀ ਦਾ ਤਲਕ ਵਲਾਇਤ ਅਲੀ ਦੇ ਇਨਕਾਰ ਨਾਲ ਹੈ, ਹਲਾਲੀ ਦਾ ਤਾਲੁਕ ਵਲਾਇਤ ਅਲੀ ਦੇ ਇਕਰਾਰ ਦੇ ਨਾਲ ਹੈ। ਬਾਕੀ ਜਿੰਨੇ ਸ਼ੌਕ ਦੇ ਨਾਲ, ਜਿੰਨੇ ਅਦਬ ਨਾਲ ਮੌਲਾ ਅਲੀ ਦੀ ਵਲਾਇਤ ਦਾ ਇਕਰਾਰ ਕੀਤਾ, ਉਹ ਓਨਾ ਹੀ ਬੁਲੰਦ ਦਰਜਾ ਪਾ ਗਿਆ। ਤੇ ਜਿੰਨੇ ਜਿਸ ਸ਼ਿੱਦਤ ਨਾਲ ਮੌਲਾ ਅਲੀ ਦੀ ਵਲਾਇਤ ਦਾ ਇਨਕਾਰ ਕੀਤਾ, ਉਹ ਓਡਾ ਹੀ ਅਵਲ ਦਰਜੇ ਦਾ ਹੋ ਗਿਆ। ਬਾਕੀ ਹੁਬ ਅਲੀ ਰਹਿਮਤੁल्लाह, बुग़्ज़ अली लानतुल्लाह बेशुमार।